ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਪਿਆਰੇ ਸਾਥੀਓ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਾਂ ਸਾਈਕੋ ਦੀ ਜਿਹੜੀ ਸਟੱਡੀ ਸੀ ਸਟਾਰਟ ਕੀਤੀ ਸੀਗੀ ਫॉर ਪੀਐਸ ਟੈਟ 1 ਔਰ 2 'ਚ ਵੀ ਇਹ ਕੰਮ ਆ ਹੀ ਜਾਂਦਾ ਆ। ਤਾਂ ਆਪਾਂ ਪਿਆਜ਼ੇ ਬਾਰੇ ਕਰ ਰਹੇ ਸੀਗੇ। ਤਾਂ ਸਭ ਤੋਂ ਪਹਿਲਾਂ ਆਪਾਂ ਕੀਤਾ ਸੀ ਕੰਸਟਰਕਟਿਵਿਜ਼ਮ ਐਂਡ ਬਿਹੇਵਰਿਜ਼ਮ ਦੇ ਬਾਰੇ ਗੱਲ ਕੀਤੀ ਸੀ। ਕੰਸਟਰਕਟਿਵਿਜ਼ਮ ਦੇ ਜਿਹੜੇ ਮਨੋਵਿਗਿਆਨੀ ਨੇ, ਸਾਈਕੋਲੋਜਿਸਟ ਨੇ, ਉਹ ਕੀ ਕਹਿ ਰਹੇ ਨੇ, ਉਹਨਾਂ ਦੇ ਕੀ ਫੰਡਾਮੈਂਟਲਸ ਨੇ, ਕੀ ਪ੍ਰਿੰਸੀਪਲਸ ਨੇ, ਉਹਨਾਂ ਬਾਰੇ ਸਾਰਾ ਅਸੀਂ ਪਹਿਲੀ ਵੀਡੀਓ ਵਿੱਚ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਨੇ ਉਹ ਵੀਡੀਓ ਨਹੀਂ ਦੇਖੀ, ਮੈਂ ਲਿੰਕ ਪਹਿਲੇ ਕਮੈਂਟ ਵਿੱਚ ਪਿੰਨ ਕਰ ਦੇਵਾਂਗੀ, ਦੇਖ ਲੈਣਾ, ਠੀਕ ਹੈ ਜੀ। ਅਤੇ ਬਾਕੀ ਕਰਦੇ ਹਾਂ ਵੀ ਅਗਲਾ ਆਪਾਂ ਇੱਥੋਂ ਤੱਕ ਕਰ ਲਿਆ ਸੀ। ਅਸੀਂ ਕੀਤਾ ਸੀ ਕਿ ਪਿਆਜੇ ਨੇ ਕਿਹੜੀ ਥਿਊਰੀ ਦਿੱਤੀ ਆ, ਕੋਗਨੇਟਿਵ ਡਿਵੈਲਪਮੈਂਟ ਥਿਊਰੀ, ਠੀਕ ਹੈ। ਇਹਨੂੰ ਇੰਗਲਿਸ਼ 'ਚ ਹੀ ਯਾਦ ਕਰਨਾ, ਪੰਜਾਬੀ 'ਚ ਫਿਰ ਔਖਾ ਹੋ ਜਾਂਦਾ, ਪਤਾ ਨਹੀਂ ਲੱਗਦਾ, ਠੀਕ ਹੈ, ਕਈ ਵਾਰੀ। ਤਾਂ ਅਸੀਂ ਇਹਦੇ ਵਿੱਚ ਕੀਤਾ ਸੀ ਕਿ ਉਹਨਾਂ ਨੇ ਸਕੀਮਾਂ, ਠੀਕ ਆ, ਸਕੀਮੇ ਬਾਰੇ ਅਸੀਂ ਪਹਿਲੀ ਵੀਡੀਓ ਵਿੱਚ ਪੜ੍ਹ ਚੁੱਕੇ ਹਾਂ, ਠੀਕ ਆ। ਐਂਡ ਪ੍ਰੋਸੈਸਿਸ ਪੜ੍ਹ ਚੁੱਕੇ ਹਾਂ, ਸਿਮੀਲੇਸ਼ਨ, ਅਕੋਮੋਡੇਸ਼ਨ ਐਂਡ ਇਕੁਲਿਬਰੀਅਮ। ਉਸ ਤੋਂ ਬਾਅਦ ਅਸੀਂ ਜਿਹੜਾ ਮੇਨ ਟੌਪਿਕ ਆ ਸਟੇਜਿਸ ਆਫ ਡਿਵੈਲਪਮੈਂਟ, ਇਹਦੇ 'ਤੇ ਆਪਾਂ ਜਿਹੜਾ ਅੱਜ ਚਰਚਾ ਕਰਾਂਗੇ। ਤਾਂ ਤੁਸੀਂ ਦੇਖ ਰਹੇ ਹੋ, ਦੇਖੋ ਲਿਖਿਆ ਹੋਇਆ ਨਾ, ਇੰਪੋਰਟੈਂਟ ਫॉर ਟੈਟ ਐਗਜ਼ਾਮ। ਮਤਲਬ ਜਦੋਂ ਅਸੀਂ ਈਟੀਟੀ 'ਚ ਸੀਗੇ ਤਾਂ ਅਸੀਂ ਨਾਲ ਹੀ ਸਾਨੂੰ ਸਾਡੇ ਟੀਚਰ ਲਿਖਵਾ ਦਿੰਦੇ ਸੀਗੇ। ਤਾਂ ਪਤਾ ਹੀ ਇਹ ਟੌਪਿਕ ਇੰਪੋਰਟੈਂਟ ਆ, ਸੋ ਇਸ 'ਤੇ ਧਿਆਨ ਜ਼ਰੂਰ ਦੇਣਾ। ਦੇਖੋ ਵੀ ਕੀ ਲਿਖਿਆ ਹੈ। ਬੱਚਿਆਂ ਉੱਤੇ ਖੋਜ ਕਰਦੇ ਸਮੇਂ ਪਿਆਜੇ ਨੇ ਇਹ ਦੇਖਿਆ ਕਿ ਬੱਚੇ ਸੰਕਲਪਾਂ ਮਤਲਬ ਕਨਸੈਪਟਸ ਦਾ ਨਿਰਮਾਣ ਕਰਦੇ ਸਮੇਂ, ਮਤਲਬ ਕੰਸਟਰਕਸ਼ਨ ਆਫ ਕਨਸੈਪਟ, ਸਿਰਫ ਆਪਣੇ ਮਾਪਿਆਂ ਜਾਂ ਅਧਿਆਪਕਾਂ ਉੱਪਰ ਨਿਰਭਰ ਨਹੀਂ ਹੁੰਦੇ, ਸੋ ਉਹ ਖੁਦ ਵੀ ਆਪਣੇ ਗਿਆਨ ਦਾ ਨਿਰਮਾਣ ਕਰਦੇ ਆ। ਮਤਲਬ ਉਹ ਆਪਣੀ ਨੌਲੇਜ ਆਪ ਵੀ ਕੰਸਟਰਕਟ ਕਰਦੇ ਆ। ਇਹ ਨਹੀਂ ਕਿਉਂਕਿ ਨਿਰਮਾਣ ਮਤਲਬ ਪਹਿਲਾਂ ਜਦੋਂ ਵਿਵਹਾਰਵਾਦ ਸੀ ਨਾ, ਬਿਹੇਵੀਅਰਿਜ਼ਮ, ਉਦੋਂ ਇਹ ਚੀਜ਼ 'ਤੇ ਗੱਲ ਸੀਗਾ ਕਿ ਜੋ ਬੱਚੇ ਨੂੰ ਅਧਿਆਪਕ ਸਿਖਾ ਦੇਵੇ ਜਾਂ ਜੋ ਉਹਦੇ ਮਾਪੇ ਸਿਖਾ ਦੇਣ, ਉਹੀ ਸਿੱਖਦਾ ਆ। ਪਰ ਕੰਸਟਰਕਟਿਵਿਜ਼ਮ ਦੇ ਮਨੋਵਿਗਿਆਨੀਆਂ ਨੇ ਇਸ ਗੱਲ ਨੂੰ ਸਾਬਤ ਕੀਤਾ ਆ ਕਿ ਬੱਚਾ ਜਿਹੜਾ ਆ ਉਹ ਆਪਣੇ ਗਿਆਨ ਦਾ ਨਿਰਮਾਣ ਆਪ ਕਰਦਾ ਆ, ਆਪ ਵੀ ਕਰਦਾ ਆ, ਠੀਕ ਹੈ। ਇਕੱਲਾ ਟੀਚਰ 'ਤੇ ਜਾਂ ਪੇਰੈਂਟਸ 'ਤੇ ਜਿਹੜਾ ਡਿਪੈਂਡ ਨਹੀਂ ਰਹਿੰਦਾ। ਤਾਂ ਪਿਆਜੇ ਨੇ ਮਾਨਸਿਕ ਵਿਕਾਸ ਦੇ 4 ਪੜਾਵਾਂ ਦੀ ਪਛਾਣ ਕੀਤੀ। ਕਿੰਨੀਆਂ ਸਟੇਜਿਸ ਆਫ ਡਿਵੈਲਪਮੈਂਟ ਪਿਆਜੇ ਨੇ ਦਿੱਤੀਆਂ? ਹਾਂ, ਇਹ ਕੁਐਸਚਨ ਆ ਜਾਂਦਾ ਹੁੰਦਾ, ਇਹ ਹੈ ਜੀ 4, ਠੀਕ ਹੈ ਜੀ, 4। ਅਕੋਰਡਿੰਗ ਟੂ ਪਿਆਜੇ ਹਾਊ ਮੈਨੀ ਸਟੇਜਿਸ ਆਫ ਮੈਂਟਲ ਡਿਵੈਲਪਮੈਂਟ ਆਫ ਚਾਈਲਡ, ਠੀਕ ਹੈ। ਤਾਂ ਇਹ ਆਊਗਾ 4, ਠੀਕ ਹੈ, 4, ਇਹ ਧਿਆਨ 'ਚ ਰੱਖਣਾ, ਠੀਕ ਹੈ। ਇਹ ਨਾ ਕਹਿਣਾ ਕਿ ਪੈਡਾਗੋਜੀ ਪੜ੍ਹਨ ਦਾ ਕੀ ਫਾਇਦਾ, ਥਿਊਰੀ ਜੀ ਪੜ੍ਹਨ ਦਾ ਕੀ ਫਾਇਦਾ। ਤਾਂ ਇਹਨਾਂ ਵਿੱਚੋਂ ਸਾਨੂੰ ਜਦੋਂ ਪੈਡਾਗੋਜੀਕਲੀ ਕੁਐਸਚਨ ਆਉਂਦੇ ਆ ਤਾਂ ਅਸੀਂ ਉਹਨਾਂ ਨੂੰ ਸਹੀ ਟਿਕ ਕਰ ਸਕਦੇ ਹਾਂ। ਚਲੋ ਅੱਗੇ ਇਹ ਵੀ ਉਸ ਅਨੁਸਾਰ ਮਾਨਸਿਕ ਵਿਕਾਸ ਇੱਕ ਕ੍ਰਮ ਵਿੱਚ ਚੱਲਦਾ ਆ। ਦੇਖੋ ਇਹ ਵੀ ਲਾਈਨ ਆ ਸਕਦੀ, ਹੋ ਸਕਦਾ ਇੱਦਾਂ ਕਹਿ ਦੇਣ ਕਿ ਪਿਆਜੇ ਦੇ ਸਿਧਾਂਤ ਵਿੱਚ ਸ਼ਾਮਿਲ ਨਹੀਂ ਹੈ, ਤੇ ਜਿਹੜੇ ਸਿਧਾਂਤ 'ਚ ਗੱਲਾਂ ਸ਼ਾਮਿਲ ਆ ਉਹ ਸਾਰੀਆਂ ਤੁਹਾਨੂੰ ਤਾਂ ਹੀ ਪਤਾ ਹੋਣਗੀਆਂ ਆਪਾਂ ਨੂੰ ਜੇਕਰ ਅਸੀਂ ਥਿਊਰੀ ਦੇ ਇਕੱਲੇ ਪੁਆਇੰਟ ਨੂੰ ਰੀਡ ਆਊਟ ਕੀਤਾ ਹੋਏਗਾ। ਦੇਖੋ ਵੀ ਇਹਦੇ ਵਿੱਚ ਕਿਹਾ ਕਿ ਇੱਕ ਸਰਕਲ ਦੇ ਵਿੱਚ, ਇੱਕ ਸੀਕੁਐਂਸ ਦੇ ਵਿੱਚ ਜਿਹੜੀ ਡਿਵੈਲਪਮੈਂਟ ਆ, ਮੈਂਟਲ ਡਿਵੈਲਪਮੈਂਟ ਜਿਹੜੀ ਹੈ ਇਹ ਹੁੰਦੀ ਆ। ਹਰ ਵਿਅਕਤੀ ਆਪਣੇ ਮਾਨਸਿਕ ਵਿਕਾਸ ਦੇ ਇਹਨਾਂ ਪੜਾਵਾਂ ਵਿੱਚੋਂ ਗੁਜ਼ਰ ਕੇ ਹੀ ਵਿਕਾਸ ਦੇ ਅਗਲੇ ਪੜਾਅ ਵਿੱਚ ਪ੍ਰਵੇਸ਼ ਕਰਦਾ। ਹਾਂ, ਸਾਰੇ ਪੜਾਵਾਂ ਵਿੱਚੋਂ ਹੌਲੀ ਹੌਲੀ ਹਰੇਕ ਵਿਅਕਤੀ ਨੂੰ ਜਿਹੜਾ ਆ ਗੁਜ਼ਰਨਾ ਪੈਂਦਾ ਆ। ਅੱਗੇ ਕੀ ਹੈ ਵੀ ਪਿਆਜੇ ਅਨੁਸਾਰ ਮਾਨਸਿਕ ਵਿਕਾਸ ਦੇ ਕਿਹੜੀਆਂ ਸਟੇਜਿਸ ਨੇ, ਆਪਾਂ ਉਹਨਾਂ ਬਾਰੇ ਗੱਲ ਕਰਾਂਗੇ। ਤਾਂ ਦੇਖੋ ਬਈ ਇਹਨਾਂ ਨੂੰ ਤੁਸੀਂ ਪੰਜਾਬੀ 'ਚ ਨਾ ਯਾਦ ਕਰਨਾ, ਕਿਉਂਕਿ ਪੰਜਾਬੀ ਵਿੱਚ ਉੱਥੇ ਹੋ ਸਕਦਾ ਉਹ ਕੁਝ ਹੋਰ ਸ਼ਬਦ ਪਾ ਦੇਣ, ਤਾਂ ਇੰਗਲਿਸ਼ ਤਾਂ ਫਿਰ ਉਹੀ ਰਹੇਗੀ ਨਾ। 4 ਸਟੇਜਿਸ ਨੇ, ਨੋਟ ਕਰ ਲਓ ਕਿ ਕਿਹੜੀਆਂ ਨੇ। ਸੈਂਸਰੀ ਮੋਟਰ, ਪ੍ਰੀ ਓਪਰੇਸ਼ਨਲ, ਕੰਕਰੀਟ ਓਪਰੇਸ਼ਨਲ, ਫਾਰਮਲ ਓਪਰੇਸ਼ਨਲ। ਹੋਣਾ ਇਹ ਚਾਹੀਦਾ ਸੀ ਕਿ ਤੁਹਾਡੇ ਕੋਲ ਕਾਪੀ ਹੋਵੇ, ਤੁਸੀਂ ਨਾਲ ਹੀ ਨੋਟ ਕਰ ਲਓ ਇਹਨੂੰ। ਕਿਹੜੀਆਂ ਨੇ ਪਿਆਜੇ ਦੀਆਂ 4 ਸਟੇਜਿਸ ਆਫ ਮੈਂਟਲ ਡਿਵੈਲਪਮੈਂਟ? ਇਹ ਹੈ ਸੈਂਸਰੀ ਮੋਟਰ, ਪ੍ਰੀ ਓਪਰੇਸ਼ਨਲ, ਕੰਕਰੀਟ ਓਪਰੇਸ਼ਨਲ, ਫਾਰਮਲ ਓਪਰੇਸ਼ਨਲ, ਠੀਕ ਹੈ ਜੀ। ਦੇਖੋ ਇਹਨਾਂ ਦਾ ਸਮਾਂ ਵੀ ਨੋਟ ਕਰੋ, ਕਿਉਂਕਿ ਕਈ ਵਾਰੀ ਸਮਾਂ ਵੀ ਪੁੱਛ ਲਿਆ ਜਾਂਦਾ ਹੈ। 0 ਤੋਂ 2 ਈਅਰ ਦਾ ਜਿਹੜਾ ਸਮਾਂ ਹੈ ਨਾ, ਜਿਹੜਾ ਇਹ ਏਜ ਟਾਈਮ ਪੀਰੀਅਡ ਆ, ਇਹ ਹੈਗਾ ਸੈਂਸਰੀ ਮੋਟਰ, ਠੀਕ ਹੈ ਜੀ। ਅੱਗੇ ਆਪਾਂ ਇਹਨਾਂ ਬਾਰੇ ਵਿਸਥਾਰਪੂਰਵਕ ਪੜ੍ਹਾਂਗੇ। ਅੱਗੇ ਹੈਗਾ ਜੀ ਪ੍ਰੀ ਓਪਰੇਸ਼ਨਲ, ਇਹਦਾ ਸਮਾਂ ਕਿੰਨਾ? 2 ਤੋਂ 7, ਠੀਕ ਹੈ ਜੀ। ਅਤੇ 3 ਕੰਕਰੀਟ ਓਪਰੇਸ਼ਨਲ ਦੇ ਵਿੱਚ ਕੀ ਹੈ? 7 ਤੋਂ 11 ਸਾਲ ਦਾ ਸਮਾਂ। ਅਤੇ ਫਾਰਮਲ ਵਿੱਚ ਹੈਗਾ ਆ 11 ਤੋਂ ਔਨਵਰਡਸ, ਅੱਗੇ ਵਾਲਾ ਸਾਰਾ ਸਮਾਂ, ਠੀਕ ਹੈ ਜੀ। ਇਹਨੂੰ ਯਾਦ ਕਰ ਲੈਣਾ ਚੰਗੀ ਤਰ੍ਹਾਂ, ਆਪਣੀਆਂ ਕਿਤਾਬਾਂ 'ਤੇ ਕਾਪੀਆਂ 'ਤੇ ਲਿਖ ਲੈਣਾ। ਹੁਣ ਆਪਾਂ ਪੜ੍ਹਦੇ ਸੈਂਸਰੀ ਮੋਟਰ ਬਾਰੇ, ਠੀਕ ਹੈ। ਸੈਂਸਰੀ ਮੋਟਰ ਦੇ ਵਿੱਚ ਕੀ
ਪ੍ਰਿੰਸੀਪਲਸ ਨੇ ਇਹਦੇ 0 ਤੋਂ 2 ਈਅਰਸ 2 ਈਅਰਸ। ਇਹ ਜਨਮ ਤੋਂ ਸ਼ੁਰੂ 2 ਸਾਲ ਅਵਸਥਾ, ਜਨਮ ਤੋਂ ਸ਼ੁਰੂ ਹੋ ਕੇ 2 ਸਾਲ ਤੱਕ ਦੀ ਅਵਸਥਾ ਹੈ, ਠੀਕ ਹੈ। ਇਸ ਪੜਾਅ ਵਿੱਚ ਬੱਚੇ ਦਾ ਗਿਆਨ ਬਹੁਤ ਸੀਮਤ ਹੁੰਦਾ, ਲਿਮਿਟਿਡ ਨੌਲੇਜ ਹੁੰਦੀ ਉਹਨੂੰ, ਠੀਕ ਹੈ। ਆਹ ਜਿਹੜੀ ਗੱਲ ਮੇਨ ਆ ਨਾ, ਇਹਨੂੰ ਯਾਦ ਰੱਖਣਾ ਆਹ ਵਾਲੀ। ਇਹਦੇ ਵਿੱਚ ਬੱਚਾ ਕਿਹੜੀ ਅਵਸਥਾ 'ਚ ਹੁੰਦਾ, ਆਪਾਂ ਵੱਖਰੀਆਂ ਸਟੇਜਿਸ 'ਚ ਬੱਚੇ ਦੀ ਅਵਸਥਾ ਪੜਾਂਗੇ। ਇਹ ਜਿਹੜੀ ਪਹਿਲੀ ਸਟੇਜ ਹੈ, ਇਹਦੇ ਵਿੱਚ ਬੱਚਾ ਕਿਹੜੀ ਅਵਸਥਾ 'ਚ ਹੁੰਦਾ, ਐਕਸਟਰਨ ਈਗੋ ਸੈਂਟਰਿਜ਼ਮ। ਕਿਹੜੀ ਅਵਸਥਾ ਵਿੱਚ ਹੁੰਦਾ, ਐਕਸਟਰਨ ਈਗੋ ਸੈਂਟਰਿਜ਼ਮ ਦੀ ਅਵਸਥਾ ਵਿੱਚ ਹੁੰਦਾ ਆ। ਉਹ ਪ੍ਰਤੀਕਿਰਿਆ ਬਾਰੇ ਸੋਚ ਨਹੀਂ ਸਕਦਾ, ਲਗਾਤਾਰ ਟਰਾਇਲ ਐਂਡ ਐਰਰ, ਮਤਲਬ ਗਲਤੀਆਂ ਕਰ ਕਰਕੇ ਸਿੱਖਦਾ ਹੈ, ਉਸ ਕਿਰਿਆ ਵਿੱਚ ਹੀ ਰੁੱਝਾ ਰਹਿੰਦਾ ਹੈ। ਇਸ ਵਿੱਚ ਛਣਕਣੇ ਵਰਗੇ ਖਿਡੌਣੇ ਨਾਲ ਖੇਡਣਾ, ਅੰਗੂਠਾ ਮੂੰਹ ਵਿੱਚ ਪਾ ਕੇ ਚੁੰਘੇ ਜਾਣਾ, ਇਹ ਉਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਸ਼ਾਮਲ ਹੁੰਦੀਆਂ ਆ। ਮੁੱਢਲੀ ਭਾਸ਼ਾ ਦਾ ਵਿਕਾਸ ਇਸ ਪੜਾਅ ਦੌਰਾਨ ਹੋਣ ਲੱਗ ਪੈਂਦਾ ਹੈ। ਹੁਣ ਜੇ ਪੁੱਛ ਲੈਣ ਕਿ ਮੁੱਢਲੀ ਭਾਸ਼ਾ ਦਾ ਜਿਹੜੇ ਬੇਸਿਕ ਲੈਂਗੁਏਜ ਜਿਹੜੀ ਉਹਦੀ ਡਿਵੈਲਪ ਹੋਣ ਲੱਗ ਪੈਂਦੀ, ਉਹ ਕਿਹੜੀ ਪਿਆਜੇ ਦੀ ਮੈਂਟਲ ਡਿਵੈਲਪਮੈਂਟ ਸਟੇਜ ਵਿੱਚ ਹੁੰਦੀ ਆ, ਉਹ ਹੈ ਸੈਂਸਰੀ ਮੋਟਰ। ਹੁਣ ਸਿੱਧਾ ਕੁਐਸਚਨ ਨਿਕਲਦਾ, ਜੇ ਆਪਾਂ ਪੜਾਂਗੇ ਫਿਰ ਆਪਾਂ ਨੂੰ ਇਹ ਆ ਜਾਵੇਗਾ। ਉਸ ਦੀ ਯਾਦ ਸ਼ਕਤੀ ਵਿਕਸਿਤ ਹੋਣ ਲੱਗਦੀ ਹੈ, ਠੀਕ ਹੈ। ਦੇਖੋ ਉਦਾਹਰਨ ਬੜੀ ਸੋਹਣੀ ਦਿੱਤੀ ਹੋਈ ਆ। ਉਦਾਹਰਨ ਵਜੋਂ ਬੱਚਾ ਕਿਸੇ ਖਿਡੌਣੇ ਨਾਲ ਖੇਡ ਰਿਹਾ ਹੈ, ਜੇਕਰ ਖਿਡੌਣੇ ਨੂੰ ਕੰਬਲ ਵਿੱਚ ਲੁਕੋ ਦਿੱਤਾ ਜਾਵੇ ਤਾਂ ਬੱਚਾ ਇਸ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਇਸ ਪ੍ਰਕਿਰਿਆ ਨੂੰ OP ਕਹਿੰਦੇ ਆ। ਕੀ ਕਹਿੰਦੇ ਆ, OP ਮਤਲਬ ਆਬਜੈਕਟ ਪਰਫਾਰਮੈਂਸ, ਠੀਕ ਹੈ। ਯਾਦ ਰੱਖਣਾ, ਪੇਪਰ 'ਚ ਆ ਸਕਦਾ ਆਬਜੈਕਟ ਪਰਫਾਰਮੈਂਸ ਹੁੰਦੀ ਹੈ ਦਾ ਸੰਬੰਧ ਹੈ, ਜਾਂ ਆਬਜੈਕਟ ਪਰਫਾਰਮੈਂਸ ਕਿਹਦੇ ਨਾਲ ਰਿਲੇਟ ਕਰ ਰਹੀ ਹੈ, ਹੇਠ ਲਿਖੇ ਵਿੱਚੋਂ ਕਿਹੜੇ ਕਥਨ ਨਾਲ ਸੰਬੰਧ ਰੱਖਦੀ ਹੈ। ਤਾਂ ਆਪਾਂ ਇਹ ਲਿਖਾਂਗੇ, ਆ ਦੇਖੋ ਜਿਵੇਂ ਬੱਚਾ ਖੇਡ ਰਿਹਾ ਹੈ, ਉਹਦਾ ਖਿਡੌਣਾ ਆਪਾਂ ਕੰਬਲ 'ਚ ਲੁਕੋ ਦਈਏ ਤਾਂ ਬੱਚਾ ਲੱਭਣ ਦੀ ਕੋਸ਼ਿਸ਼ ਕਰਦਾ, ਇਸੇ ਨੂੰ ਹੀ ਕੀ ਕਿਹਾ ਜਾਂਦਾ, ਆਬਜੈਕਟ ਪਰਫਾਰਮੈਂਸ, OP ਕਿਹਾ ਜਾਂਦਾ। ਅੱਗੇ ਬਈ OP ਕੀ ਕਰਦਾ, ਯਾਦ ਸ਼ਕਤੀ ਨੂੰ ਸ਼ੋਅ ਕਰਦਾ। ਬੱਚੇ ਨੂੰ ਯਾਦ ਆ ਆਪਣੇ ਖਿਡੌਣੇ ਬਾਰੇ, ਚਾਹੇ ਉਹਨੂੰ ਲੁਕੋ ਵੀ ਦਿੱਤਾ ਤਾਂ ਵੀ ਉਹਨੂੰ ਯਾਦ ਆ ਵੀ ਮੇਰਾ ਖਿਡੌਣਾ ਹੈਗਾ ਸੀ ਮੇਰੇ ਕੋਲ, ਤੇ ਇਹਨੂੰ ਕਿਤੇ ਲੁਕੋਇਆ ਗਿਆ। ਅੱਗੇ ਦੇਖੋ ਵੀ ਪਿਆਜੇ ਨੇ ਆਪਣੇ ਪ੍ਰਯੋਗਾਂ ਦੁਆਰਾ ਇਹ ਜਾਣਿਆ ਕਿ 8 ਮਹੀਨੇ ਦਾ ਬੱਚਾ ਆਪਣਾ ਖਿਡੌਣਾ ਲੱਭਣ ਦੇ ਯੋਗ ਹੋ ਜਾਂਦਾ। ਸਵਾਲ ਆ ਸਕਦਾ ਕਿ ਪਿਆਜੇ ਅਨੁਸਾਰ ਕਿੰਨੇ ਸਾਲ ਦਾ ਬੱਚਾ ਕੋਈ ਗੁਆਚਿਆ ਖਿਡੌਣਾ ਲੱਭਣ ਦੇ ਯੋਗ ਹੋ ਜਾਂਦਾ, 8 ਮਹੀਨੇ ਦਾ ਬੱਚਾ ਲਗਭਗ, ਇਹਦੇ ਅਪਰੋਕਸੀਮੇਟਲੀ ਆ ਜਾਵੇ ਤਾਂ ਇਹ ਟਿਕ ਲਾ ਦੇਣਾ ਚੁੱਪ ਕਰਕੇ। ਅੱਗੇ ਬਈ ਪ੍ਰੀ ਆਪਰੇਸ਼ਨਲ ਸਟੇਜ, ਦੇਖੋ ਬਈ ਪੂਰਵ ਸੰਕਿਰਿਆਤਮਕ ਅਵਸਥਾ, ਇਹਦੇ ਵਿੱਚ ਕੀ ਹੁੰਦਾ, 2 ਸਾਲ ਤੋਂ 7 ਸਾਲ ਦੀ ਏਜ ਤੱਕ ਦਾ ਇਹ ਸਮਾਂ ਹੈ, ਠੀਕ ਹੈ। ਬੱਚੇ ਦੇ ਸੰਕਲਪਾਂ ਮਤਲਬ ਉਹਦੇ ਕਨਸੈਪਟਸ ਐਂਡ ਥਾਟਸ, ਵਿਚਾਰਾਂ ਵਿੱਚ ਮਹੱਤਵਪੂਰਨ ਤਬਦੀਲੀ ਆਉਂਦੀ ਹੈ, ਮਤਲਬ ਚੇਂਜ ਆਉਣ ਲੱਗ ਪੈਂਦਾ, ਉਹ ਆਪਣੀ ਇੱਛਾ ਮੁਤਾਬਿਕ ਕਿਰਿਆ ਕਰਨ ਦੇ ਯੋਗ ਹੋ ਜਾਂਦਾ। ਹਾਂ, ਪਹਿਲਾਂ ਉਹ ਨਹੀਂ ਨਾ ਕਰਦਾ ਸੀ ਜੋ ਉਹਦੀ ਇੱਛਾ, ਹੁਣ ਉਹਨੂੰ ਮਤਲਬ ਉਹ ਐਬਿਲਿਟੀ ਉਹਦੇ ਵਿੱਚ ਆ ਜਾਂਦੀ ਕਿ ਜੋ ਉਹਦੀ ਦਿਲ ਕਰਦਾ ਉਹ ਕਰਨ ਦੇ ਯੋਗ ਹੁੰਦਾ। ਦੇਖੋ ਅੱਗੇ ਸੰਕੇਤਕ ਖੇਡਾਂ ਵਿੱਚ ਰੁੱਝਿਆ ਰਹਿੰਦਾ ਹੈ, ਸੰਕੇਤਕ ਖੇਡਾਂ, ਸਿੰਬੋਲਿਕ ਗੇਮਸ। ਉਸ ਦੇ ਵਿਚਾਰ ਅਤੇ ਸੰਚਾਰ ਈਗੋ ਸੈਂਟਰਿਕ ਹੁੰਦਾ ਹੈ। ਹੁਣ ਇੱਥੇ ਬੱਚਾ ਕਿਹੜੀ ਅਵਸਥਾ ਵਿੱਚ ਹੈ, ਈਗੋ ਸੈਂਟਰਿਕ, ਠੀਕ ਹੈ। ਪਿਛਲੀ ਸਟੇਜ ਦੇ ਵਿੱਚ ਬੱਚਾ ਕਿਹੜੀ ਚੀਜ਼ ਸੀਗਾ, ਐਕਸਟਰਨ ਈਗੋ ਸੈਂਟਰਿਮ, ਠੀਕ ਹੈ। ਇਹਦੇ ਵਿੱਚ ਕੱਲੀ ਈਗੋ ਸੈਂਟਰਿਮ, ਯਾਦ ਰੱਖਣਾ ਇਸ ਗੱਲ ਨੂੰ, ਭੁੱਲ ਨਾ ਜਾਣਾ। ਈਗੋ ਸੈਂਟਰਿਜ਼ਮ ਕੀ ਹੁੰਦਾ, ਦੇਖੋ ਬਈ ਮੇਨ ਇੰਪੋਰਟੈਂਟ, ਇਹਨੂੰ ਵੀ ਯਾਦ ਰੱਖੋ। ਈਗੋ ਸੈਂਟਰਿਜ਼ਮ ਉਹ ਮਾਨਸਿਕ ਅਵਸਥਾ ਹੈ ਜਿਸ ਵਿੱਚ ਬੱਚਾ ਸੋਚਦਾ ਆ ਕਿ ਬਾਕੀ ਸਾਰੇ ਵਸਤੂਆਂ, ਵਿਅਕਤੀਆਂ ਬਿਲਕੁਲ ਉਹੀ ਕੁਝ ਸੁਣ ਰਹੇ ਆ, ਦੇਖ ਰਹੇ ਆ, ਸਮਝ ਰਹੇ ਆ, ਸੋਚ ਰਹੇ ਆ, ਜੋ ਕੁਝ ਉਹ ਸੁਣ ਰਿਹਾ ਆ, ਦੇਖ ਰਿਹਾ ਆ, ਸਮਝ ਰਿਹਾ ਤੇ ਸੋਚ ਰਿਹਾ ਆ। ਇਸ ਕਰਕੇ ਇਸ ਕੰਡੀਸ਼ਨ ਨੂੰ ਕੀ ਕਿਹਾ ਜਾਂਦਾ ਆ, ਈਗੋ ਸੈਂਟਰਿਜ਼ਮ ਦੀ ਅਵਸਥਾ ਕਿਹਾ ਜਾਂਦਾ ਆ। ਉਹਨੂੰ ਲੱਗਦਾ ਜੋ ਮੈਂ ਸੋਚ ਰਿਹਾ ਆ, ਦੇਖ ਰਿਹਾ ਵਾਂ, ਸੁਣ ਰਿਹਾ, ਇਹ ਬਾਕੀ ਵੀ ਉਹੀ ਕਰ ਰਹੇ ਨੇ, ਵਸਤੂਆਂ ਨੂੰ ਵੀ ਉਹ ਇਵੇਂ ਹੀ ਦੇਖਦਾ ਆ, ਤੇ ਇਹਨੂੰ ਧਿਆਨ ਵਿੱਚ ਰੱਖਣਾ। ਇਹਨੇ ਬੜੀ ਸੋਹਣੀ ਪਿਆਜੇ ਨੇ ਐਗਜ਼ਾਮਪਲ ਦੇ ਲਈ ਹੈ, ਇਹਦੇ ਵਿੱਚ ਪਿਆਜੇ ਨੇ ਇਸ ਅਵਸਥਾ ਨੂੰ 3 ਮਾਊਂਟੇਨ ਟੈਸਟ ਦੇ ਨਾਲ, 3 ਪਹਾੜੀ ਟੈਸਟ ਵਿੱਚ ਸਾਬਤ ਕੀਤਾ। ਦੇਖੋ ਕਿੰਨਾ ਸੋਹਣਾ ਸਾਬਤ ਕੀਤਾ ਪਿਆਜੇ ਨੇ। ਜਦੋਂ ਅਸੀਂ ਇੱਦਾਂ ਦੀਆਂ ਚੀਜ਼ਾਂ ਪੜ੍ਹਦੇ ਹਾਂ ਫਿਰ ਸਾਨੂੰ ਕਨਸੈਪਟ ਯਾਦ ਹੋ ਜਾਂਦੇ ਆ। ਇਕੱਲੇ MCQ ਕਰਨ ਦਾ ਕੋਈ ਫਾਇਦਾ ਨਹੀਂ ਜਦ ਕਨਸੈਪਟ ਹੀ ਨਹੀਂ ਕਲੀਅਰ ਹੈਗਾ। ਇਸ ਵਿੱਚ 3 ਵੱਖ-ਵੱਖ ਨਜ਼ਰ ਆਉਂਦੇ ਪਹਾੜਾਂ ਦੇ ਮਾਡਲ ਨੂੰ ਬੱਚੇ ਦੇ ਸਾਹਮਣੇ ਰੱਖਿਆ ਗਿਆ। ਮਾਡਲ ਦੇ ਦੂਜੇ ਪਾਸੇ ਇੱਕ ਖਿਡੌਣਾ ਗੁੱਡੀ ਨੂੰ ਰੱਖਿਆ ਗਿਆ। ਗੁੱਡੀ ਨੌਨ ਲਿਵਿੰਗ ਹੈ ਨਾ। ਬੱਚੇ ਨੂੰ ਇਸ ਮਾਡਲ ਦੀਆਂ ਵੱਖ-ਵੱਖ ਪਾਸਿਆਂ ਤੋਂ ਖਿੱਚੀਆਂ ਗਈਆਂ ਤਸਵੀਰਾਂ, ਮਤਲਬ ਵੱਖ-ਵੱਖ ਪਾਸਿਆਂ ਤੋਂ, ਮਤਲਬ ਕੋਈ ਜਿਹੜੇ ਇੱਧਰਲੇ ਪਾਸੇ ਖੜੇ ਹੋਏ ਉਹਨਾਂ ਨੂੰ ਕਿਹੋ ਜਿਹਾ ਦਿਖ ਰਿਹਾ ਪਹਾੜ, ਇੱਧਰਲੇ ਪਾਸੇ ਖੜੇ ਆ ਉਹਨਾਂ ਨੂੰ ਕਿਹੋ ਜਿਹਾ ਪਹਾੜ ਦਿਸ ਰਿਹਾ ਹੈ ਨਾ, ਇੱਧਰ ਖੜੇ ਉਹਨੂੰ ਕਿਹੋ ਜਿਹਾ ਪਹਾੜ ਦਿਸ ਰਿਹਾ, ਗੁੱਡੀ ਨੂੰ ਕਿਹੋ ਜਿਹਾ ਦਿਸ ਰਿਹਾ, ਉਹ ਸਾਰਾ ਇਹਦੇ ਵਿੱਚ ਉਹਨਾਂ ਨੂੰ ਤਸਵੀਰਾਂ ਬੱਚੇ ਨੂੰ ਦਿਖਾਈਆਂ ਗਈਆਂ। ਪਿਆਜੇ ਨੇ ਇਸ ਟੈਸਟ ਦੁਆਰਾ ਇਹ ਲੱਭਿਆ ਤੇ ਜਾਣਿਆ ਕਿ 4 ਸਾਲ ਦਾ ਬੱਚਾ ਹਰ ਵਾਰੀ ਉਹੀ ਤਸਵੀਰ ਚੱਕਦਾ ਜਿਹੜੀ ਉਸਦੇ ਆਪਣੇ ਦ੍ਰਿਸ਼ ਨਾਲ ਮੇਲ ਖਾਂਦੀ। ਮਤਲਬ
ਉਹ ਸਾਰੀਆਂ ਤਸਵੀਰਾਂ ਵਿੱਚ ਉਹੀ ਚੁਣਦਾ ਜੋ ਉਹਨੂੰ ਆਪ ਦੀ, ਜਿੱਦਾਂ ਦੀ ਉਹਨੂੰ ਆਪ ਦਿਸਦੀ ਆ ਦਿਮਾਗ ਵਿੱਚ, ਜਿੱਦਾਂ ਦੀ ਉਹਦੀ ਆਪ ਇਮੇਜ ਆ। ਮਤਲਬ ਉਹਨੂੰ ਲੱਗਦਾ ਕਿ ਜੋ ਮੈਂ ਸੋਚਦਾ, ਜੋ ਮੈਂ ਦੇਖਦਾ, ਮਹਿਸੂਸ ਕਰਦਾ, ਸੇਮ ਐਜ਼ ਇਟ ਇਜ਼ ਬਾਕੀ ਵਿਅਕਤੀ ਵੀ, ਚਾਹੇ ਉਹ ਦੂਸਰੇ ਪਾਸੇ ਹੀ ਖੜੇ ਨੇ, ਉਵੇਂ ਹੀ ਉਹਨਾਂ ਨੂੰ ਪਹਾੜ ਦਿਸ ਰਿਹਾ। ਇਹ ਚੀਜ਼ ਨੂੰ ਉਹਨਾਂ ਨੇ ਕਿਹਾ ਵਾ ਈਗੋਸੈਂਟਰਿਜ਼ਮ। ਠੀਕ ਹੈ ਜੀ। ਹੁਣ ਪੇਪਰ 'ਚ ਸਿੱਧਾ ਤੇ ਉਹਨੇ ਪੁੱਛਣਾ ਨਹੀਂ ਵੀ ਵਾਟ ਇਜ਼ ਈਗੋਸੈਂਟਰਿਜ਼ਮ, ਥੋੜ੍ਹੀ ਇੱਦਾਂ ਦੀ ਐਗਜ਼ਾਮਪਲ ਦੇਵੇਗਾ, ਫਿਰ ਆਪਾਂ ਉੱਥੇ ਦਿਮਾਗ ਲੜਾ ਕੇ ਆਨਸਰ ਨੂੰ ਸਹੀ ਟਿਕ ਲਾਉਣਾ ਆ। ਠੀਕ ਹੈ ਜੀ। ਚਲੋ, 6 ਸਾਲ ਦਾ ਬੱਚਾ ਵੱਖਰੇ ਦ੍ਰਿਸ਼ ਬਾਰੇ ਥੋੜ੍ਹੀ ਜਿਹੀ ਚੇਤਨਾ ਦਾ ਪ੍ਰਗਟਾਵਾ ਕਰਦਾ, ਥੋੜ੍ਹੀ ਜਿਹੀ ਚੇਤਨਾ ਦਿਖਾਉਣ ਲੱਗ ਪੈਂਦਾ, ਸਮਝ ਦਿਖਾਉਣ ਲੱਗ ਪੈਂਦਾ। 7-8 ਸਾਲ ਦਾ ਬੱਚਾ ਸਹੀ ਤਸਵੀਰ ਚੁੱਕਣ ਵਿੱਚ ਸਫਲ ਹੁੰਦਾ। 7-8 ਸਾਲ ਦਾ ਬੱਚਾ, ਇਸ ਦਾ ਭਾਵ ਹੈ ਕਿ 7 ਸਾਲ ਦੀ ਉਮਰ ਵਿੱਚ ਬੱਚਾ ਈਗੋਸੈਂਟਰਿਜ਼ਮ ਦੀ ਅਵਸਥਾ ਵਿੱਚੋਂ ਨਿਕਲ ਜਾਂਦਾ ਆ। ਠੀਕ ਹੈ ਜੀ। 7 ਸਾਲ ਦਾ ਬੱਚਾ 2 ਤੋਂ 7 ਸਾਲ ਦਾ ਸਮਾਂ ਜਿਹੜਾ ਆ, ਇਹ ਕੀ ਆ, ਈਗੋਸੈਂਟਰਿਜ਼ਮ ਦੇ ਵਿੱਚ ਹੁੰਦਾ ਬੱਚਾ। 7 ਸਾਲ ਦੀ ਉਮਰ ਦੇ ਵਿੱਚੋਂ ਸ਼ੁਰੂ ਹੋਣ ਲੱਗ ਪੈਂਦਾ ਕਿ ਇਹਦੇ ਵਿੱਚ ਈਗੋਸੈਂਟਰਿਜ਼ਮ ਦੀ ਅਵਸਥਾ ਵਿੱਚੋਂ ਨਿਕਲਣਾ। ਇਹ ਯਾਦ ਰੱਖਣਾ, ਅੱਗੇ ਵੇਖ ਲੈਣਾ ਧਿਆਨ ਨਾਲ ਕੀ ਚੀਜ਼ ਹੈ। ਬਹੁਤ ਇੰਪੋਰਟੈਂਟ ਕੰਸੈਪਟ ਹੈ ਇਸ ਵਿੱਚ। ਇਸ ਅਵਸਥਾ ਵਿੱਚ ਇੱਕ ਵਿਸ਼ੇਸ਼ਤਾ ਐਨੇਨਿਜ਼ਮ। ਹੁਣ ਵਾਟ ਇਜ਼ ਐਨੇਨਿਜ਼ਮ, ਇੰਪੋਰਟੈਂਟ ਹੈ, ਇਹ ਯਾਦ ਰੱਖ ਲੈਣਾ। ਪੰਜਾਬੀ 'ਚ ਵੀ ਉਹ ਇੱਦਾਂ ਹੀ ਪੁੱਛੇਗਾ, ਐਨੇਨਿਜ਼ਮ ਦਾ ਸੰਬੰਧ ਹੈ, ਐਨੇਨਿਜ਼ਮ ਦਾ ਸੰਬੰਧ ਤੋਂ ਕੀ ਭਾਵ, ਜਾਂ ਇਸ ਤਰ੍ਹਾਂ ਕੁਝ ਕੀ ਹੈ, ਜਾਂ ਜਿਵੇਂ ਵੀ ਹੈ, ਤੁਹਾਨੂੰ ਪਤਾ ਹੀ ਹੈ ਨਾ। ਦੇਖੋ, ਇਹ ਉਹ ਵਿਸ਼ਵਾਸ ਹੈ ਜਿਸ ਦੇ ਅਨੁਸਾਰ ਬੱਚਾ ਇਹ ਸਮਝਦਾ ਕਿ ਸਾਰੀਆਂ ਵਸਤੂਆਂ, ਜਿਵੇਂ ਖਿਡੌਣੇ, ਠੀਕ ਹੈ, ਖਿਡੌਣੇ ਹੋ ਗਏ, ਗੁੱਡੀ, ਸਮਝਦਾ ਹੈ ਕਿ ਸਾਰੀਆਂ ਵਸਤੂਆਂ ਜਿਵੇਂ ਖਿਡੌਣੇ ਆਦਿ ਵੀ ਮਨੁੱਖਾਂ ਵਾਂਗ ਮਹਿਸੂਸ ਕਰਦੇ ਹਨ ਅਤੇ ਇੱਛਾਵਾਂ ਰੱਖਦੇ ਨੇ। ਬੱਚਾ ਸੋਚਦਾ ਕਿ ਮੇਰਾ ਖਿਡੌਣਾ ਜਿਹਨਾਂ ਮੈਂ ਖੇਡ ਰਿਹਾ ਉਹ ਵੀ ਮੇਰੇ ਵਾਂਗੂ ਫੀਲ ਕਰ ਰਹੇ ਨੇ, ਮੇਰੇ ਵਾਂਗੂ ਵਿਸ਼ ਰੱਖ ਰਹੇ ਨੇ, ਉਹਨੂੰ ਕਹਿੰਦੇ ਐਜ਼ ਐਨ ਐਨੇਨਿਜ਼ਮ। ਅੱਗੇ ਹੈ ਪ੍ਰੀ ਆਪਰੇਸ਼ਨਲ ਸਟੇਜ ਵਿੱਚ ਬੱਚਾ ਭਾਸ਼ਾ ਦੀ ਵਰਤੋਂ ਸ਼ੁਰੂ ਕਰ ਦਿੰਦਾ। ਹਾਂ, ਇੱਦਾਂ ਕੁਐਸਚਨ ਆ ਸਕਦਾ ਕਿ ਪਿਆਜੇ ਦੀ ਕਿਹੜੀ ਸਟੇਜ ਵਿੱਚ ਬੱਚਾ ਜਿਹੜੀ ਭਾਸ਼ਾ ਦੀ ਵਰਤੋਂ ਸ਼ੁਰੂ ਕਰ ਦਿੰਦਾ ਆ। ਪਿਆਜੇ ਅਨੁਸਾਰ ਬੱਚਾ ਕਿਹੜੀ ਸਟੇਜ ਵਿੱਚ ਜਾਂ ਕਿਹੜੇ ਉਮਰ ਵਿੱਚ ਜਿਹੜਾ ਭਾਸ਼ਾ ਦੀ ਵਰਤੋਂ ਸ਼ੁਰੂ ਕਰ ਦਿੰਦਾ। ਇਹ ਹੈ 2 ਤੋਂ 7 ਸਾਲ, ਮਤਲਬ ਪ੍ਰੀ ਆਪਰੇਸ਼ਨਲ ਸਟੇਜ ਦੇ ਵਿੱਚ। ਇਸ ਸਟੇਜ ਵਿੱਚ ਉਹ ਤਰਕਸ਼ੀਲ ਨਹੀਂ ਹੁੰਦਾ। ਹਾਂ, ਇਹਦੇ ਵਿੱਚ ਕੋਈ ਲੌਜਿਕ ਨਹੀਂ ਉਹ ਕਰ ਸਕਦਾ, ਰੀਜ਼ਨ ਨਹੀਂ, ਮਤਲਬ ਉਹ ਲੌਜੀਕਲੀ ਸੋਚ ਨਹੀਂ ਸਕਦਾ, ਨਾ ਹੀ ਕਾਰਨ ਅਤੇ ਪ੍ਰਭਾਵ ਨੂੰ ਸਮਝਣ ਦੇ ਯੋਗ ਹੁੰਦਾ ਹੈ। ਅਗਲਾ ਹੈ ਕੰਕਰੀਟ ਆਪਰੇਸ਼ਨਲ ਸਟੇਜ। ਹਾਂਜੀ, ਕੰਕਰੀਟ ਆਪਰੇਸ਼ਨਲ ਸਟੇਜ ਦੇਖੋ ਬਈ ਕੀ ਹੈ। ਇਹ ਪੜਾਅ 7 ਸਾਲ ਦੀ ਉਮਰ ਤੋਂ 11 ਸਾਲ ਦੀ ਉਮਰ ਤੱਕ ਚੱਲਦਾ ਹੈ। ਕਦੋਂ ਤੱਕ ਚੱਲਦਾ? 7 ਸਾਲ ਤੋਂ 11 ਸਾਲ ਤੱਕ। ਇਹਦੇ ਵਿੱਚ ਬੱਚਾ ਜਿਹੜਾ ਈਗੋਸੈਂਟਰਿਜ਼ਮ ਦੀ ਅਵਸਥਾ ਵਿੱਚੋਂ ਨਿਕਲ ਚੁੱਕਾ ਹੁੰਦਾ ਹੈ। ਪਿਆਜੇ ਇਸ ਸਮੇਂ ਬੱਚੇ ਦੀ ਮਾਨਸਿਕ ਵਿਕਾਸ ਦਾ ਟਰਨਿੰਗ ਪੁਆਇੰਟ ਆਖਦਾ ਹੈ। ਇਸ ਨੂੰ ਕੀ ਕਹਿੰਦਾ? ਟਰਨਿੰਗ ਪੁਆਇੰਟ ਆ ਜਿੱਥੋਂ ਸਾਰਾ ਕੁਝ ਬਦਲਦਾ ਹੈ, ਕਿਉਂਕਿ ਬੱਚੇ ਦੇ ਤਾਰਕਿਕ ਲੌਜੀਕਲ ਵਿਚਾਰਾਂ ਦਾ ਵਿਕਾਸ ਇਸ ਅਵਸਥਾ ਵਿੱਚ ਹੁੰਦਾ। ਹੁਣ ਆ ਸਕਦਾ ਸਵਾਲ ਕਿ ਪੇਪਰ ਦੇ ਵਿੱਚ ਕਿ ਪਿਆਜੇ ਦੇ ਅਨੁਸਾਰ ਕਿਹੜੀ ਮਾਨਸਿਕ ਸਟੇਜ ਦੇ ਵਿੱਚ ਬੱਚੇ ਦੇ ਲੌਜੀਕਲ ਜਿਹੜੀ ਡਿਵੈਲਪਮੈਂਟ ਹੁੰਦੀ ਆ ਜਾਂ ਤਾਰਕਿਕ ਤੌਰ 'ਤੇ ਉਹ ਸੋਚਣਾ ਸ਼ੁਰੂ ਕਰ ਦਿੰਦਾ। ਇਹ ਹੈ ਜੀ ਕੰਕਰੀਟ ਆਪਰੇਸ਼ਨਲ ਦੇ ਵਿੱਚ। ਇਹਦੇ ਵਿੱਚ ਦੇਖੋ ਕੀ ਹੈ, ਕੰਕਰੀਟ ਦੇ ਵਿੱਚ ਅੱਗੇ ਦੇਖੋ, ਉਹ ਆਪਣਾ ਤਰਕ ਭੌਤਿਕ ਵਸਤੂਆਂ ਉੱਤੇ ਚੰਗੀ ਤਰ੍ਹਾਂ ਲਾਗੂ ਕਰ ਲੈਂਦਾ। ਭੌਤਿਕ ਮਤਲਬ ਸਮਝਦੇ ਨਾ, ਫਿਜ਼ੀਕਲ ਥਿੰਗਸ, ਗੁੱਡਸ, ਪਰ ਸੂਖਮ ਅਤੇ ਕਲਪਨਾਸ਼ੀਲ ਸੰਕਲਪਾਂ ਵਿੱਚ ਜਾਂ ਉੱਤੇ ਲਾਗੂ ਨਹੀਂ ਕਰ ਸਕਦਾ। ਜਿਹੜੀਆਂ ਸੂਖਮ ਨੇ, ਠੀਕ ਹੈ, ਉਹਨਾਂ ਕਲਪਨਾ ਨਹੀਂ ਜ਼ਿਆਦਾ ਕਰ ਸਕਦਾ ਇਹ, ਠੀਕ ਹੈ। ਅਤੇ ਕੀ ਕਿਉਂਕਿ ਉਸਦਾ ਮਾਨਸਿਕ ਵਿਕਾਸ ਇਸ ਪੱਧਰ ਤੱਕ ਨਹੀਂ ਪਹੁੰਚਦਾ, ਸਿਰਫ ਲੌਜੀਕਲੀ ਸੋਚ ਸਕਦਾ। ਇਹਦਾ ਮਤਲਬ ਇਹ ਨਹੀਂ ਕਿ ਉਹ ਜ਼ਿਆਦਾ ਡੀਪ ਸੋਚ ਸਕਦਾ ਹੈ। ਦੇਖੋ, ਉਦਾਹਰਨ ਵਜੋਂ ਅਸੀਂ 1 ਲੀਟਰ ਪਾਣੀ ਨੂੰ ਵੱਖ-ਵੱਖ ਆਕਾਰਾਂ ਵਾਲੇ ਬਰਤਨ ਵਿੱਚ ਪਾਉਂਦੇ ਹਾਂ। ਬੱਚੇ ਨੂੰ ਇਸ ਮਾਤਰਾ ਬਾਰੇ ਪੁੱਛਦੇ ਹਾਂ ਤਾਂ ਬੱਚਾ ਸਹੀ ਜਵਾਬ ਦਿੰਦਾ ਹੈ। ਬੇਸ਼ੱਕ ਬਰਤਨਾਂ ਦੀ ਸ਼ਕਲ ਅਤੇ ਆਕਾਰ ਅਲੱਗ ਹੈ, ਇਸ ਤਰ੍ਹਾਂ ਉਹ ਅੰਕਾਂ ਦੇ ਬਾਰੇ ਤਰਕ ਲੌਜੀਕਲ ਦੇ ਆਧਾਰ ਨਹੀਂ ਜਵਾਬ ਦਿੰਦਾ। ਸੋ ਇਸ ਪੜਾਅ ਵਿੱਚ ਬੱਚਾ ਜਿਹੜਾ ਹੈ ਉਹ ਸੰਰਕਸ਼ਣ ਦੀ ਯੋਗਤਾ ਵਿਕਸਿਤ ਕਰ ਲੈਂਦਾ ਹੈ, ਠੀਕ ਹੈ, ਕੰਜ਼ਰਵੇਸ਼ਨ। ਚਲੋ ਵੀ ਅੱਗੇ ਫਾਰਮਲ ਆਪਰੇਸ਼ਨਲ ਸਟੇਜ। ਇਹਦੇ ਵਿੱਚ ਕੀ ਹੈ? ਇਹ ਅਵਸਥਾ 11 ਸਾਲ ਦੀ ਉਮਰ ਵਿੱਚ ਸ਼ੁਰੂ ਹੁੰਦੀ ਹੈ। ਇਸ ਪੜਾਅ ਵਿੱਚ ਬੱਚੇ ਸੂਖਮ ਤਰੀਕੇ ਨਾਲ ਸੋਚਣ, ਵਰਗੀਕਰਨ ਕਰਨ, ਦਲੀਲਬਾਜ਼ੀ ਕਰਨ, ਰੀਜ਼ਨਿੰਗ ਕਰਨ ਦੀ ਯੋਗਤਾ ਹਾਸਲ ਕਰ ਲੈਂਦੇ। ਇਹਦੇ ਵਿੱਚ ਆਉਂਦੀ ਰੀਜ਼ਨਿੰਗ ਚੰਗੀ ਤਰ੍ਹਾਂ, ਕਲਾਸੀਫਿਕੇਸ਼ਨ ਕਰ ਸਕਦੇ ਆ, ਠੀਕ ਹੈ, ਰੀਜ਼ਨਿੰਗ ਕਰ ਸਕਦੇ, ਦਲੀਲਬਾਜ਼ੀ ਕਰ ਸਕਦੇ ਆ। ਇਹਦੇ ਵਿੱਚ ਬੱਚੇ ਇਸ ਪਿਆਜੇ ਦੀ ਇਸ ਡਿਵੈਲਪਮੈਂਟ ਸਟੇਜ ਦੇ ਵਿੱਚ ਆਉਂਦਾ ਆ। ਗਣਿਤਿਕ ਗਣਨਾਵਾਂ ਕਰ ਸਕਦੇ ਆ, ਠੀਕ ਹੈ, ਜਿਵੇਂ ਸਮ ਸੋਲਵ ਕਰਦੇ ਆ ਬੱਚੇ। ਕਿਸੇ ਖਾਸ ਕਿਰਿਆ ਦੇ ਸਿੱਟੇ ਬਾਰੇ ਕਲਪਨਾ ਵੀ ਕਰ ਸਕਦੇ। ਇਹਦੇ ਵਿੱਚ ਕਲਪਨਾ ਕਰ ਸਕਦੇ ਆ, ਉੱਪਰਲੇ 'ਚ ਇਮੈਜੀਨੇਸ਼ਨ ਨਹੀਂ ਸੀ ਕਰ ਸਕਦੇ। ਧਿਆਨ ਨਾਲ ਇਹਨੂੰ ਕਰ ਲੈਣਾ। ਕੰਕਰੀਟ ਐਂਡ ਫਾਰਮਲ ਅਵਸਥਾ ਵਿਚਲੇ ਫਰਕ ਨੂੰ ਅਸੀਂ ਇੱਕ ਉਦਾਹਰਨ ਰਾਹੀਂ ਸਮਝਦੇ। ਹੁਣ ਫਰਕ ਕੀ ਹੈ 3 ਤੋਂ 4 ਸਟੇਜ ਵਿੱਚ? ਜੇ ਹਰਮਨ ਰਾਜਵੀਰ ਨਾਲੋਂ ਲੰਬੀ ਹੈ, ਰਾਜਵੀਰ ਪ੍ਰਦੀਪ ਨਾਲੋਂ ਲੰਬੀ ਹੈ, ਤਾਂ ਸਭ ਤੋਂ ਲੰਬੀ ਕੌਣ ਹੈ?
ਤਾਂ ਇਸ ਪ੍ਰਸ਼ਨ ਦਾ ਜਵਾਬ ਦੇਣ ਲਈ ਜੇਕਰ ਬੱਚਾ ਤਸਵੀਰ ਬਣਾਉਣ ਜਾਂ ਠੋਸ ਵਸਤੂਆਂ ਦੀ ਸਹਾਇਤਾ ਦੀ ਲੋੜ ਮਹਿਸੂਸ ਕਰਦਾ ਤਾਂ ਉਹ ਅਜੇ ਵੀ ਕੰਕਰੀਟ ਆਪਰੇਸ਼ਨਲ ਸਟੇਜ ਵਿੱਚ ਆ। ਹੁਣ ਇਹ ਸਵਾਲ ਤਾਂ ਵੈਸੇ ਜੇ ਉਹ ਔਰਲੀ ਦਿੰਦਾ ਆ ਸੋਚ ਕੇ ਫਿਰ ਤਾਂ ਉਹ ਚੌਥੀ ਸਟੇਜ ਵਿੱਚ ਆ। ਜੇਕਰ ਉਹਨੂੰ ਫੋਟੋ ਇੱਦਾਂ ਡਰਾ ਕਰਨ ਦੀ ਪੈਦੀ ਲੋੜ ਕਾਪੀ 'ਤੇ ਇਹਦਾ ਮਤਲਬ ਉਹ ਕੀ ਆ, ਹਜੇ ਵੀ ਤੀਸਰੀ ਅਵਸਥਾ ਵਿੱਚ ਆ, ਜਿਹੜੀ 7 ਤੋਂ 11 ਸਾਲ ਦੀ ਅਵਸਥਾ ਆ। ਜੇਕਰ ਬੱਚਾ ਆਪਣੇ ਦਿਮਾਗ ਵਿੱਚ ਕਲਪਨਾ ਦੇ ਸਹਾਰੇ ਹੀ ਉੱਤਰ ਤੱਕ ਪਹੁੰਚ ਜਾਂਦਾ ਹੈ ਤਾਂ ਉਹ ਕੀ ਆ, ਫਾਰਮਲ ਆਪਰੇਸ਼ਨਲ। ਜਿੱਦਾਂ ਉੱਪਰਲਾ ਸਵਾਲ ਆਪਾਂ ਪੁੱਛਿਆ ਵੀ ਪ੍ਰਦੀਪ ਰਾਜਵੀਰ ਤੋਂ ਇੰਨੀ ਲੰਬੀ ਹੈ ਨਾ, ਉਹ ਵਾਲਾ ਸਵਾਲ ਜੇਕਰ ਉਹ ਦਿਮਾਗ ਵਿੱਚ ਕਰ ਲੈਂਦਾ ਫਿਰ ਤਾਂ ਚੌਥੀ ਸਟੇਜ ਵਿੱਚ ਆ, ਜੇ ਨਹੀਂ ਕਰਦਾ ਇਹਦਾ ਮਤਲਬ ਉਹ ਤੀਸਰੀ ਕੰਕਰੀਟ ਸਟੇਜ ਵਿੱਚ ਹੀ ਆ। ਫਿਰ ਅਗਰ ਪਿਆਜੇ ਨੇ ਇਸ ਪੜਾਅ ਦੇ ਸੰਕਲਪਾਂ ਬਾਰੇ ਜਾਣਨ ਲਈ ਬਹੁਤ ਸਾਰੇ ਟੈਸਟ ਮਤਲਬ ਇਨਵੈਂਟ ਕੀਤੇ। ਇੱਕ ਟੈਸਟ ਵਿੱਚ ਬੱਚਿਆਂ ਨੂੰ ਪੁੱਛਿਆ ਗਿਆ ਕਿ ਜੇਕਰ ਤੁਹਾਨੂੰ ਤੀਜੀ ਅੱਖ ਮਿਲ ਜਾਵੇ ਤਾਂ ਸਰੀਰ ਦੇ ਕਿਹੜੇ ਭਾਗ 'ਤੇ ਲਾਉਣਾ ਪਸੰਦ ਕਰੋਗੇ। ਜਦੋਂ ਇਹ ਪ੍ਰਸ਼ਨ 9 ਸਾਲ ਦੇ ਬੱਚੇ ਨੂੰ ਪੁੱਛਿਆ ਗਿਆ ਤਾਂ ਲਗਭਗ ਸਾਰਿਆਂ ਦਾ ਜਵਾਬ ਸੀਗਾ ਮੱਥੇ ਉੱਤੇ, ਪਰ ਜਦੋਂ 11 ਸਾਲ ਦੇ ਬੱਚੇ ਨੂੰ ਪੁੱਛਿਆ ਤਾਂ ਉਹਨਾਂ ਦਾ ਉੱਤਰ ਜ਼ਿਆਦਾ ਲੌਜੀਕਲ ਸੀਗਾ। ਉਦਾਹਰਨ ਤੌਰ 'ਤੇ ਕੁਝ ਬੱਚਿਆਂ ਨੇ ਕਿਹਾ ਕਿ ਤੀਜੀ ਅੱਖ ਸਿਰ ਦੇ ਪਿੱਛੇ ਜਾਂ ਹੱਥ ਉੱਤੇ ਲਾਉਣਾ ਪਸੰਦ ਕਰਨਗੇ। ਇਸ ਪੜਾਅ ਵਿੱਚ ਬੱਚਿਆਂ ਦੇ ਸੰਕਲਪਾਂ ਤੇ ਵਿਚਾਰਾਂ ਨੂੰ ਪੈਂਡੂਲਮ ਟਾਸਕ ਦੀ ਪ੍ਰਯੋਗ ਦੁਆਰਾ ਵਰਤਿਆ ਗਿਆ। ਬਹੁਤ ਸਾਰੀਆਂ ਖੋਜਾਂ ਤੋਂ ਬਾਅਦ ਪਿਆਜੇ ਇਸ ਨਤੀਜੇ ਤੇ ਪਹੁੰਚਿਆ ਕਿ ਇਸ ਸਟੇਜ ਵਿੱਚ ਬੱਚਾ ਤਰਕਸ਼ੀਲ ਢੰਗ ਨਾਲ ਸੋਚ ਸਕਦਾ ਹੈ, ਵਸਤੂਆਂ ਵਿਚਕਾਰ ਰਿਲੇਸ਼ਨ, ਸਿਮਿਲੈਰਿਟੀਜ਼ ਸਮਾਨਤਾਵਾਂ ਅਤੇ ਜਿਹੜੇ ਡਿਫਰੈਂਸ ਨੇ ਵਿਭਿੰਨਤਾਵਾਂ ਤੇ ਅਸਮਾਨਤਾਵਾਂ ਦੀ ਪਹਿਚਾਣ ਕਰ ਸਕਦਾ ਹੈ। ਕੱਲ ਅਸੀਂ ਪੜਾਂਗੇ ਲਿਊ ਵੈਗੋਸਕੀ ਬਾਰੇ। ਤਾਂ ਉਮੀਦ ਹੈ ਕਿ ਪਿਆਜੇ ਬਾਰੇ ਸਾਰਾ ਸਮਝ ਆ ਗਿਆ ਹੋਵੇਗਾ। ਕਾਪੀ ਤੇ ਤੁਸੀਂ ਨੋਟਸ ਬਣਾ ਲੈਣਾ, ਫਿਰ ਹੀ ਸਮਝ ਆਉਣਾ, ਅਦਰਵਾਈਜ਼ ਤਾਂ ਉੱਤੋਂ ਦੀ ਲੰਘ ਜਾਣਾ ਸਾਰਾ। ਧੰਨਵਾਦ ਜੀ, ਰੱਬ ਰੱਖਾ ਜੀ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਹੋ ਸਕੇ ਤਾਂ ਚੰਗਾ ਮਾੜਾ ਜੋ ਵੀ ਤੁਹਾਡਾ ਵਿਊ ਹੁੰਦਾ ਜ਼ਰੂਰ ਦੱਸਿਆ ਕਰੋ। ਧੰਨਵਾਦ, ਰੱਬ ਰੱਖਾ।